10वीं जमात के प्यारे विद्यार्थियों, ਤੁਹਾਡਾ ਅੱਜ ਦੇ ਲੈਕਚਰ ਵਿੱਚ ਸਵਾਗਤ ਹੈ। ਅੱਜ ਆਪਾਂ ਆਪਣੀ ਸਾਇੰਸ ਦੇ ਪਾਠ ਨੰਬਰ 14 ਊਰਜਾ ਦੇ ਸੋਮੇ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਊਰਜਾ ਦੇ ਸੋਮੇ ਦਾ ਮੀਨਿੰਗ ਕੀ ਹੈ। ਉਹ ਸਰੋਤ ਜਾਂ ਉਹ ਸੋਮੇ ਜਿਨ੍ਹਾਂ ਤੋਂ ਅਸੀਂ ਆਪਣੇ ਵੱਖ-ਵੱਖ ਕਾਰਜ ਕਰਨ ਲਈ ਊਰਜਾ ਪ੍ਰਾਪਤ ਕਰਦੇ ਹਾਂ, ਉਹਨਾਂ ਨੂੰ ਊਰਜਾ ਦੇ ਸੋਮੇ ਕਹਿੰਦੇ ਹਨ। ਜਿਵੇਂ ਪੁਰਾਣੇ ਸਮਿਆਂ 'ਚ ਊਰਜਾ ਲੱਕੜ ਤੋਂ ਪ੍ਰਾਪਤ ਕੀਤੀ ਜਾਂਦੀ ਸੀ। ਅੱਜ ਕੱਲ੍ਹ ਅਸੀਂ ਆਪਣੇ ਮੋਟਰਸਾਈਕਲ ਵਾਹਨ ਵਗੈਰਾ ਚਲਾਉਂਦੇ ਹਾਂ ਤਾਂ ਅਸੀਂ ਪੈਟਰੋਲ ਡੀਜ਼ਲ ਦੀ ਵਰਤੋਂ ਕਰਦੇ ਹਾਂ। ਇਸ ਤੋਂ ਇਲਾਵਾ ਤਾਪ ਘਰਾਂ ਵਿੱਚ ਬਿਜਲੀ ਪੈਦਾ ਕਰਨ ਲਈ ਅਸੀਂ ਕੋਲੇ ਦੀ ਵਰਤੋਂ ਕਰਦੇ ਹਾਂ। ਤਾਂ ਇਹ ਸਾਰੇ ਹੀ ਜੋ ਸਰੋਤ ਅਸੀਂ ਵਰਤਦੇ ਹਾਂ, ਇਹਨਾਂ ਨੂੰ ਕੀ ਕਿਹਾ ਜਾਂਦਾ? ਊਰਜਾ ਦੇ ਸੋਮੇ ਕਿਹਾ ਜਾਂਦਾ ਹੈ। ਅੱਜ ਅਸੀਂ ਇਹਨਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਜੋ ਊਰਜਾ ਦੇ ਸੋਮੇ ਨੇ ਉਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ। ਤੁਹਾਡੀ ਸਕਰੀਨ ਦੇ ਉੱਪਰ ਮੈंने ਦਿੱਤਾ ਹੈ। ਊਰਜਾ ਦੇ ਸੋਮੇ ਨੂੰ ਅਸੀਂ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਹੈ। ਪਹਿਲਾ ਨਵਿਆਉਣਯੋਗ ਸੋਮੇ, ਦੂਸਰਾ ਨਾ ਨਵਿਆਉਣਯੋਗ ਸੋਮੇ। ਨਵਿਆਉਣਯੋਗ ਤੇ ਦੂਸਰੇ ਨਾ ਨਵਿਆਉਣਯੋਗ ਸੋਮੇ, ਜਿਨ੍ਹਾਂ ਨੂੰ ਅਸੀਂ ਨਵਿਆਉਣਯੋਗ ਨੂੰ ਮੁੱਕਣਯੋਗ ਵੀ ਕਹਿ ਸਕਦੇ ਹਾਂ। ਊਰਜਾ ਦੇ ਉਹ ਸੋਮੇ ਜਿਨ੍ਹਾਂ ਦੀ ਮੁੜ ਪੂਰਤੀ ਆਸਾਨੀ ਨਾਲ ਹੋ ਜਾਂਦੀ ਹੈ, ਭਾਵ ਉਹ ਕਦੇ ਵੀ ਖਤਮ ਨਹੀਂ ਹੁੰਦੇ, ਉਹਨਾਂ ਨੂੰ ਅਸੀਂ ਊਰਜਾ ਦੇ ਨਵਿਆਉਣਯੋਗ ਸੋਮੇ ਕਹਿੰਦੇ ਹਾਂ ਜਾਂ ਨਾ ਮੁੱਕਣਯੋਗ ਸੋਮੇ ਕਹਿੰਦੇ ਹਾਂ। ਇਸ ਦੇ ਵਿੱਚ ਸਾਡੇ ਕੋਲ ਉਦਾਹਰਨ ਆ ਜਾਂਦੀ ਹੈ ਹਵਾ, ਪਾਣੀ ਅਤੇ ਸੂਰਜੀ ਊਰਜਾ। ਇਸੇ ਤਰ੍ਹਾਂ ਹੀ ਗੱਲ ਊਰਜਾ ਦੇ ਨਾ ਨਵਿਆਉਣਯੋਗ ਸੋਮਿਆਂ ਦੀ ਕਰਦੇ ਹਾਂ। ਇਹ ਊਰਜਾ ਦੇ ਉਹ ਸੋਮੇ ਹੁੰਦੇ ਹਨ ਜਿਨ੍ਹਾਂ ਦੀ ਮੁੜ ਪੂਰਤੀ ਆਸਾਨੀ ਨਾਲ ਨਹੀਂ ਹੁੰਦੀ, ਭਾਵ ਜੇਕਰ ਇੱਕ ਵਾਰ ਖਤਮ ਹੋ ਜਾਣ ਤਾਂ ਇਹਨਾਂ ਨੂੰ ਅਸੀਂ ਛੇਤੀ ਹੀ ਪ੍ਰਾਪਤ ਨਹੀਂ ਕਰ ਸਕਦੇ। ਇਹਨਾਂ ਨੂੰ ਬਣਨ ਲਈ ਲੱਖਾਂ ਕਰੋੜਾਂ ਸਾਲ ਲੱਗਦੇ ਹਨ। ਤਾਂ ਇਹਦੇ ਵਿੱਚ ਜਿਹੜੀਆਂ ਉਦਾਹਰਨਾਂ ਹਨ ਉਹ ਹਨ ਕੋਲਾ ਅਤੇ ਪੈਟਰੋਲੀਅਮ। ਸੋ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਵੀ ਨਵਿਆਉਣਯੋਗ ਅਤੇ ਨਾ ਨਵਿਆਉਣਯੋਗ ਸਰੋਤ ਕੀ ਹੁੰਦੇ ਹਨ। ਹੁਣ ਆਪਾਂ ਅਗਲੇ ਟੌਪਿਕ 'ਤੇ ਚੱਲਦੇ ਹਾਂ, ਜਿਸ ਵਿੱਚ ਅਸੀਂ ਡਿਸਕਸ ਕਰਦੇ ਹਾਂ ਕਿ ਊਰਜਾ ਦੇ ਜੋ ਆਦਰਸ਼ ਸੋਮੇ ਹੁੰਦੇ ਹਨ ਉਹਨਾਂ ਵਿੱਚ ਕੀ ਗੁਣ ਹੋਣੇ ਚਾਹੀਦੇ ਹਨ। ਸੋ 1 ਬਾਏ 1 ਅਸੀਂ ਡਿਸਕਸ ਕਰ ਰਹੇ ਹਾਂ। ਪਹਿਲਾ ਗੁਣ ਹੈ ਜੀ ਸਾਡਾ ਵੀ ਉਹ ਊਰਜਾ ਦਾ ਸੋਮਾ ਹੈ ਜਿਹੜਾ ਪ੍ਰਤੀ ਇਕਾਈ ਐਤਨ ਜਾਂ ਪ੍ਰਤੀ ਇਕਾਈ ਪੁੰਜ ਵਧੇਰੇ ਕਾਰਜ ਕਰੇ। ਮੀਨਜ਼ 1 kg ਜੇ ਅਸੀਂ ਕੋਲਾ ਲੈਂਦੇ ਹਾਂ ਅਤੇ 1 kg ਲੱਕੜ ਲੈਂਦੇ ਹਾਂ ਤਾਂ ਉਹਦੇ ਵਿੱਚ ਕੋਲੇ ਦੇ ਕਾਰਜ ਕਰਨ ਦੀ ਸ਼ਮਤਾ ਜ਼ਿਆਦਾ ਹੈ। ਦੂਸਰਾ, ਇਹ ਸਾਨੂੰ ਆਸਾਨੀ ਨਾਲ ਉਪਲਬਧ ਹੋਵੇ, ਆਸਾਨੀ ਨਾਲ ਮਿਲ ਸਕੇ। ਤੀਸਰਾ, ਜੇ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਣਾ ਹੋਵੇ ਤਾਂ ਉਹ ਵੀ ਆਸਾਨ ਹੋਵੇ। ਚੌਥਾ, ਕਿ ਇਸ ਨੂੰ ਭੰਡਾਰ ਕਰਨਾ, ਮੀਨਜ਼ ਇਸ ਨੂੰ ਜੇ ਅਸੀਂ ਘਰਾਂ ਦੇ ਵਿੱਚ ਰੱਖਣਾ ਹੈ ਤਾਂ ਇਸ ਨੂੰ ਭੰਡਾਰ ਕਰਨਾ ਕੀ ਹੋਵੇ? ਆਸਾਨ ਹੋਵੇ। ਪੰਜਵਾਂ ਹੈ ਜੀ ਸਾਡੇ ਕੋਲੇ ਜਲਣ ਤੋਂ ਬਾਅਦ ਕੋਈ ਹਾਨੀਕਾਰਕ ਗੈਸਾਂ ਜਾਂ ਰਹਿੰਦ ਖੂੰਹਦ ਨਾ ਪੈਦਾ ਕਰੇ। ਇਹ ਵੀ ਊਰਜਾ ਦੇ ਆਦਰਸ਼ ਸੋਮੇ ਦਾ ਇੱਕ ਮੁੱਖ ਗੁਣ ਹੋਣਾ ਚਾਹੀਦਾ ਹੈ। 6th ਹੈ ਸਾਡੇ ਕੋਲੇ, 6ਵਾਂ ਜੋ ਟੌਪਿਕ ਹੈ ਉਹ ਹੈ ਵੀ ਇਹ ਸਭ ਤੋਂ ਵਧੀਆ ਵੀ ਇਹ ਸਸਤਾ ਹੋਣਾ ਚਾਹੀਦਾ ਹੈ ਤਾਂ ਕਿ ਇਹ ਹਰੇਕ ਵਿਅਕਤੀ ਦੀ ਪਹੁੰਚ ਵਿੱਚ ਹੋਵੇ। ਆਈ ਹੋਪ ਤੁਸੀਂ ਇਸ ਨੂੰ ਸਮਝ ਗਏ ਹੋਵੋਗੇ। ਇਹ ਜੋ ਊਰਜਾ ਦੇ ਆਦਰਸ਼ ਸੋਮੇ ਦੇ ਗੁਣ ਹਨ, ਇਹ ਪੇਪਰ ਦੇ ਵਿੱਚ ਅਕਸਰ 3 ਨੰਬਰਾਂ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ, ਤਾਂ ਇਸ ਨੂੰ ਤੁਸੀਂ ਲਿਖ ਲੈਣਾ ਅਤੇ ਯਾਦ ਵੀ ਕਰ ਲੈਣਾ ਹੈ। ਪਿਆਰੇ ਵਿਦਿਆਰਥੀਓ, ਆਓ ਅਸੀਂ ਅੱਗੇ ਊਰਜਾ ਦੇ ਪਾਰੰਪਰਿਕ ਸਰੋਤਾਂ ਬਾਰੇ ਪੜ੍ਹਦੇ ਹਾਂ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪੜ੍ਹਨ ਜਾ ਰਹੇ ਹਾਂ ਪਥਰਾਟ ਬਾਲਣ ਬਾਰੇ। ਸਭ ਤੋਂ ਪਹਿਲਾਂ ਅਸੀਂ ਦੱਸਾਂਗੇ ਕਿ ਪਥਰਾਟ ਬਾਲਣ ਕੀ ਹੁੰਦੇ ਹਨ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀ ਪਥਰਾਟ ਬਾਲਣ ਉਹ ਬਾਲਣ ਜੋ ਸਾਨੂੰ ਧਰਤੀ ਦੀ ਪੇਪੜੀ 'ਚੋਂ ਮਿਲਦੇ ਹਨ, ਜੋ ਅਸੀਂ ਧਰਤੀ ਵਿੱਚੋਂ ਪ੍ਰਾਪਤ ਕਰਦੇ ਹਾਂ, ਉਹਨਾਂ ਨੂੰ ਅਸੀਂ ਪਥਰਾਟ ਬਾਲਣ ਕਹਿੰਦੇ ਹਾਂ। ਜਿਸ ਤਰ੍ਹਾਂ ਕੋਲਾ ਅਤੇ ਪੈਟਰੋਲੀਅਮ, ਇਹ ਦੋ ਉਦਾਹਰਨਾਂ ਹਨ ਪਥਰਾਟ ਬਾਲਣ ਦੀਆਂ। ਪਥਰਾਟ ਬਾਲਣ ਅਜਿਹੇ ਬਾਲਣ ਹਨ ਜਿਨ੍ਹਾਂ ਨੂੰ ਅਸੀਂ ਨਾ ਨਵਿਆਉਣਯੋਗ ਸੋਮੇ ਵੀ ਕਹਿੰਦੇ ਹਾਂ ਊਰਜਾ ਦੇ, ਕਿਉਂਕਿ ਇਹ ਬਾਲਣਾਂ ਦੇ ਜਿਹੜੇ ਭੰਡਾਰ ਹਨ ਉਹ ਬਹੁਤ ਸੀਮਿਤ ਹਨ। ਕਿਸੇ ਨਾ ਕਿਸੇ ਦਿਨ ਇਹਨਾਂ ਨੇ ਕੀ ਹੈ ਖਤਮ ਹੋ ਜਾਣਾ ਹੈ। ਜ਼ਿਆਦਾਤਰ ਅਸੀਂ ਆਪਣੀ ਊਰਜਾ ਦੀ ਪ੍ਰਾਪਤੀ ਲਈ ਅੱਜ ਦੇ ਸਮੇਂ ਵਿੱਚ ਪਥਰਾਟ ਬਾਲਣਾਂ ਦੀ ਹੀ ਵਰਤੋਂ ਕਰਦੇ ਹਾਂ। ਤਾਂ ਹੁਣ ਜਿਉਂ ਅਸੀਂ ਦੇਖਦੇ ਹਾਂ, ਜੇ ਅਸੀਂ ਪਥਰਾਟ ਬਾਲਣਾਂ ਦੀ ਵਰਤੋਂ ਕਰਦੇ ਹਾਂ ਤਾਂ ਇਹਨਾਂ ਨਾਲ ਕੁਝ ਹਾਨੀਆਂ ਵੀ ਹੁੰਦੀਆਂ ਹਨ, ਜਿਸ ਬਾਰੇ ਅਸੀਂ ਡਿਸਕਸ ਕਰਾਂਗੇ। ਹਾਨੀਆਂ ਦੇ ਵਿੱਚ ਅਸੀਂ ਕੀ ਵੇਖਦੇ ਹਾਂ ਕਿ ਪਥਰਾਟ ਬਾਲਣ ਜਲਾਉਣ ਦੇ ਨਾਲ ਬਹੁਤ ਸਾਰੀਆਂ ਹਾਨੀਕਾਰਕ ਗੈਸਾਂ ਜਿਵੇਂ ਕਿ ਨਾਈਟ੍ਰੋਜਨ ਅਤੇ ਸਲਫਰ ਪੈਦਾ ਹੁੰਦੀਆਂ ਹਨ। ਤਾਂ ਇਹ ਜਦੋਂ ਉੱਪਰ ਜਾਂਦੀਆਂ ਹਨ ਤਾਂ ਇਹ ਆਪਣੇ ਆਕਸਾਈਡ ਬਣਾਉਂਦੀਆਂ ਹਨ ਅਤੇ ਵਰਖਾ ਦੇ ਰੂਪ ਵਿੱਚ ਨੀਚੇ ਆ ਜਾਂਦੀਆਂ ਹਨ। ਤਾਂ ਜਿਹੜੀ ਵਰਖਾ ਉਹ ਹੁੰਦੀ ਹੈ ਉਸ ਨੂੰ ਅਸੀਂ ਤੇਜ਼ਾਬੀ
ਵਰਖਾ ਕਹਿੰਦੇ ਹਾਂ। ਤਾਂ ਇਹ ਜੋ ਗੈਸਾਂ ਹੁੰਦੀਆਂ ਨੇ ਤੇਜ਼ਾਬੀ ਵਰਖਾ ਦਾ ਕਾਰਨ ਬਣਦੀਆਂ ਹਨ। ਪਹਿਲੀ ਹਾਨੀ। ਦੂਜੀ ਹਾਨੀ ਸਾਡੇ ਕੋਲ ਇਹ ਹੁੰਦੀ ਹੈ ਕਿ ਇਹ ਹਵਾ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਇਹ ਜੋ ਗੈਸਾਂ ਨੇ ਹਵਾ ਦੀ ਗੁਣਵੱਤਾ ਵਿੱਚ ਕਮੀ ਲਿਆਉਂਦੀਆਂ ਹਨ। ਤੀਸਰੀ ਹਾਨੀ ਅਸੀਂ ਡਿਸਕਸ ਕਰਦੇ ਹਾਂ ਵੀ ਜੋ ਕਾਰਬਨ ਡਾਈਆਕਸਾਈਡ ਕੋਲੇ ਦੇ ਜਲਾਉਣ ਨਾਲ ਪੈਦਾ ਹੁੰਦੀ ਹੈ ਤਾਂ ਉਹ ਗ੍ਰੀਨ ਹਾਊਸ ਪ੍ਰਭਾਵ ਪੈਦਾ ਕਰਦੀ ਹੈ, ਜਿਸ ਦੇ ਨਾਲ ਗਲੋਬਲ ਵਾਰਮਿੰਗ ਹੁੰਦੀ ਹੈ। ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਵੀ ਇਹਦੇ ਨਾਲ ਕਿਹੜੀਆਂ ਹਾਨੀਆਂ ਹੁੰਦੀਆਂ ਹਨ। ਪਰ ਫਿਰ ਵੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਕਿਉਂਕਿ ਸਾਡੇ ਦੇਸ਼ ਦੇ ਵਿੱਚ ਜੋ ਮੁੱਖ ਸੋਮਾ ਹੈ ਊਰਜਾ ਪ੍ਰਾਪਤ ਕਰਨ ਦੇ, ਉਹ ਪਥਰਾਟ ਬਾਲਣ ਹੀ ਅਸੀਂ ਜ਼ਿਆਦਾ ਵਰਤੋਂ ਕਰਦੇ ਹਾਂ। ਆਓ ਹੁਣ ਅੱਗੇ ਪੜ੍ਹਦੇ ਹਾਂ ਪਥਰਾਟ ਬਾਲਣਾਂ ਦੀ ਵਰਤੋਂ ਦੇ ਵਿੱਚ। ਇਹ ਇੱਕ ਤੁਹਾਨੂੰ ਚਿੱਤਰ ਵਿਖਾਇਆ ਗਿਆ ਹੈ, ਇਸ ਨੂੰ ਜ਼ਰਾ ਧਿਆਨ ਨਾਲ ਵੇਖੋ। ਇਹ ਚਿੱਤਰ ਹੈ ਜੋ ਤਾਪ ਬਿਜਲੀ ਉਤਪਾਦਨ ਘਰ ਮੀਨਜ਼ ਥਰਮਲ ਪਾਵਰ ਪਲਾਂਟ ਦਾ ਵਿਖਾਇਆ ਗਿਆ ਹੈ। ਇਸ ਦੇ ਵਿੱਚ ਕੀ ਹੈ, ਕਿਸ ਤਰ੍ਹਾਂ ਇਸ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ, ਇਸ ਦੇ ਬਾਰੇ ਮੈਂ ਤੁਹਾਨੂੰ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਪਥਰਾਟ ਬਾਲਣ ਜਾਂ ਕੋਲਾ ਜਾਂ ਕੋਈ ਡੀਜ਼ਲ ਲੈ ਕੇ ਉਸ ਨੂੰ ਜਲਾਇਆ ਜਾਂਦਾ ਹੈ। ਉਸ ਨੂੰ ਜਲਾਉਣ 'ਤੇ ਜੋ ਤਾਪ ਪੈਦਾ ਹੁੰਦਾ ਹੈ ਉਸ ਨਾਲ ਪਾਣੀ ਨੂੰ ਉਬਾਲ ਕੇ ਭਾਫ਼ ਪੈਦਾ ਕੀਤੀ ਜਾਂਦੀ ਹੈ। ਤਾਂ ਉਸ ਭਾਫ਼ ਨੂੰ ਇਸ ਟਰਬਾਈਨ ਦੇ ਉੱਪਰ, ਇਹ ਜੋ ਤੁਹਾਨੂੰ ਪੰਖੜੀਆਂ ਦਿਸ ਰਹੀਆਂ ਨੇ ਨਾ ਇਹ ਵਾਲੀਆਂ, ਇਹਨੂੰ ਟਰਬਾਈਨ ਦਾ ਨਾਂ ਦਿੱਤਾ ਗਿਆ। ਇਸ ਟਰਬਾਈਨ ਦੇ ਉੱਪਰ ਕੀ ਹੈ, ਸੁੱਟਿਆ ਜਾਂਦਾ ਹੈ। ਜਦੋਂ ਤੇਜ਼ੀ ਨਾਲ ਭਾਫ਼ ਇਸ ਟਰਬਾਈਨ ਉੱਪਰ ਸਿੱਟੀ ਜਾਂਦੀ ਹੈ ਤਾਂ ਇਹ ਟਰਬਾਈਨ ਕੀ ਕਰਦੀ ਹੈ, ਘੁੰਮਦੀ ਹੈ। ਟਰਬਾਈਨ ਦੇ ਘੁੰਮਣ ਨਾਲ ਇੱਧਰ ਡਾਇਨਮੋ ਵਿੱਚ ਆਰਮੇਚਰ ਘੁੰਮਦਾ ਅਤੇ ਬਿਜਲੀ ਪੈਦਾ ਹੁੰਦੀ ਹੈ। ਇਹ ਅਕਸਰ ਥਰਮਲ ਪਾਵਰ ਪਲਾਂਟ ਵਿੱਚ ਅਸੀਂ ਕੋਲੇ ਦੀ ਵਰਤੋਂ ਕਰਦੇ ਹਾਂ ਬਿਜਲੀ ਪੈਦਾ ਕਰਨ ਲਈ। ਆਪਣੇ ਨੇੜੇ ਥਰਮਲ ਪਾਵਰ ਪਲਾਂਟ ਲਹਿਰਾ ਮੁਹੱਬਤ ਜਾਂ ਮੋਸਟਲੀ ਪਹਿਲਾਂ ਬਠਿੰਡਾ ਵਿਖੇ ਗੁਰੂ ਨਾਨਕ ਥਰਮਲ ਪਾਵਰ ਪਲਾਂਟ ਲੱਗਿਆ ਹੁੰਦਾ ਸੀ, ਉੱਥੇ ਵੀ ਕੋਲੇ ਤੋਂ ਹੀ ਬਿਜਲੀ ਪੈਦਾ ਕੀਤੀ ਜਾਂਦੀ ਸੀ। ਹੁਣ ਮੈਂ ਥੋੜ੍ਹਾ ਜਿਹਾ ਇੱਥੇ ਦੱਸ ਦੇਣਾ ਚਾਹਾਂ ਵੀ ਜੋ ਇਹ ਡਾਇਗਰਾਮ ਮੈਨੇ ਤੁਹਾਨੂੰ ਦਿਖਾਈ ਹੈ, ਇਹ ਅਕਸਰ ਪੇਪਰ ਦੇ ਵਿੱਚ ਇਹ ਸਵਾਲ ਪੁੱਛਿਆ ਜਾਂਦਾ ਹੈ ਵੀ ਇਹ ਜੋ ਡਾਇਗਰਾਮ ਹੈ ਇਹ ਕਿਸ ਨੂੰ ਦਰਸਾ ਰਹੀ ਹੈ। ਤਾਂ ਤੁਸੀਂ ਬਿਲਕੁਲ ਦੱਸਣਾ ਹੈ ਵੀ ਇਹ ਕਿਹਦੀ ਡਾਇਗਰਾਮ ਹੈ, ਥਰਮਲ ਪਾਵਰ ਪਲਾਂਟ ਦੀ। ਅਤੇ ਇਸ ਦੇ ਨਾਲ ਹੀ ਇਹ ਤੁਹਾਨੂੰ ਐਂ ਵੀ ਦੱਸ ਸਕਦੇ ਨੇ, ਪੁੱਛ ਸਕਦੇ ਆ ਵੀ ਇਸ ਨੂੰ ਲੇਬਲਿੰਗ ਕਰੋ। ਤਾਂ ਤੁਸੀਂ ਇਸ ਡਾਇਗਰਾਮ ਨੂੰ ਧਿਆਨ ਨਾਲ ਵੇਖਣਾ ਹੈ, ਲੇਬਲਿੰਗ ਕਰਨਾ ਹੈ ਅਤੇ ਇਸ ਦੇ ਬਾਰੇ ਜੋ ਦਿੱਤਾ ਵਾ ਉਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ। ਪਿਆਰੇ ਵਿਦਿਆਰਥੀਓ, ਆਓ ਹੁਣ ਆਪਾਂ ਅਗਲੇ ਟੌਪਿਕ ਹਾਈਡਰੋ ਪਾਵਰ ਪਲਾਂਟ ਬਾਰੇ ਪੜ੍ਹਦੇ ਹਾਂ ਵੀ ਇਹ ਕੀ ਹੁੰਦਾ ਹੈ। ਜਿਸ ਤਰ੍ਹਾਂ ਸਾਨੂੰ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਬਿਜਲੀ ਬਣਾਉਣ ਦੀ ਤਕਨੀਕ ਹੈ ਪਾਣੀ ਤੋਂ। ਪਾਣੀ ਤੋਂ ਕਿਸ ਤਰ੍ਹਾਂ ਬਿਜਲੀ ਪ੍ਰਾਪਤ ਹੁੰਦੀ ਹੈ, ਆਓ ਇਸ ਦੇ ਬਾਰੇ ਥੋੜ੍ਹਾ ਜਿਹਾ ਡੀਪਲੀ ਨੌਲੇਜ ਪ੍ਰਾਪਤ ਕਰਦੇ ਹਾਂ। ਜੋ ਇਹ ਡਾਇਗਰਾਮ ਦਿਖਾਈ ਗਈ ਹੈ ਇਹ ਹਾਈਡਰੋ ਪਾਵਰ ਪਲਾਂਟ ਦੀ ਹੈ ਜੀ। ਇਸ ਦੇ ਵਿੱਚ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਜੋ ਨਦੀਆਂ ਹੁੰਦੀਆਂ ਨੇ, ਜੋ ਨਦੀਆਂ ਵਿੱਚ ਪਾਣੀ ਵਗਦਾ ਹੈ, ਉਹਨਾਂ ਦੇ ਅੱਗੇ ਬੰਨ੍ਹ ਲਗਾ ਕੇ ਉਸ ਪਾਣੀ ਨੂੰ ਇੱਕ ਵੱਡੇ ਭੰਡਾਰ ਦੇ ਰੂਪ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ। ਜਿਸ ਤਰ੍ਹਾਂ ਇੱਥੇ ਦਿਖਾਇਆ ਗਿਆ ਹੈ, ਇਸ ਨੂੰ ਅਸੀਂ ਡੈਮ ਕਹਿੰਦੇ ਹਾਂ। ਤਾਂ ਇਸ ਇਕੱਠੇ ਹੋਏ ਪਾਣੀ ਦੇ ਵਿੱਚ ਸਥਿਤਜ ਊਰਜਾ ਹੁੰਦੀ ਹੈ। ਫਿਰ ਇਸ ਪਾਣੀ ਨੂੰ ਪਾਈਪਾਂ ਰਾਹੀਂ ਤੇਜ਼ੀ ਗਤੀ ਨਾਲ ਨੀਚੇ ਸੁੱਟਿਆ ਜਾਂਦਾ ਹੈ। ਜਿਸ ਤਰ੍ਹਾਂ ਇੱਥੋਂ ਦੇਖੋ, ਇਹ ਪਾਈਪਾਂ ਰਾਹੀਂ ਨੀਚੇ ਤੇਜ਼ੀ ਗਤੀ ਨਾਲ ਨੀਚੇ ਆ ਰਿਹਾ ਹੈ। ਤਾਂ ਇਸ ਵਗਦੇ ਹੋਏ ਪਾਣੀ ਵਿੱਚ ਗਤਿਜ ਊਰਜਾ ਹੁੰਦੀ ਹੈ। ਤਾਂ ਪਾਣੀ ਦੀ ਸਥਿਤਜ ਊਰਜਾ ਗਤਿਜ ਊਰਜਾ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਜਦੋਂ ਇਹ ਪਾਣੀ ਤੇਜ਼ੀ ਨਾਲ ਆ ਕੇ ਟਰਬਾਈਨ ਉੱਪਰ ਡਿੱਗਦਾ ਹੈ ਤਾਂ ਜਿਸ ਦੇ ਨਾਲ ਕੀ ਹੈ, ਟਰਬਾਈਨ ਘੁੰਮਦੀ ਹੈ। ਟਰਬਾਈਨ ਦੇ ਘੁੰਮਣ ਨਾਲ ਕੀ ਹੁੰਦਾ ਹੈ, ਜੋ ਪਾਣੀ ਦੀ ਗਤਿਜ ਊਰਜਾ ਸੀ ਉਹ ਯੰਤਰਿਕ ਊਰਜਾ ਵਿੱਚ ਬਦਲ ਜਾਂਦੀ ਹੈ। ਟਰਬਾਈਨ ਦੇ ਘੁੰਮਣ ਨਾਲ ਇਸ ਡਾਇਨਮੋ ਵਿੱਚ ਜੋ ਅਲਟਰਨੇਟਰ ਹੁੰਦਾ ਹੈ ਉਹ ਘੁੰਮਦਾ ਹੈ, ਜਿਸ ਦੇ ਨਾਲ ਕੀ ਹੈ, ਬਿਜਲੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਫਿਰ ਜੋ ਯੰਤਰਿਕ ਊਰਜਾ ਹੈ ਉਹ ਬਿਜਲੀ ਊਰਜਾ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਸੋ ਇਹ ਆਪਾਂ ਦੱਸਿਆ ਤੁਹਾਨੂੰ ਵੀ ਕਿਸ ਤਰ੍ਹਾਂ ਅਸੀਂ ਪਾਣੀ ਤੋਂ ਬਿਜਲੀ ਪ੍ਰਾਪਤ ਕਰਦੇ ਹਾਂ ਜਾਂ ਹਾਈਡਰੋ ਪਾਵਰ ਪਲਾਂਟ ਕਿਸ ਤਰ੍ਹਾਂ ਵਰਕ ਕਰਦਾ ਹੈ। ਤਾਂ ਤੁਸੀਂ ਇਸ ਡਾਇਗਰਾਮ ਨੂੰ ਬੜੇ ਧਿਆਨ ਨਾਲ ਵੇਖਣਾ ਹੈ। ਅਕਸਰ ਇਹ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਇੱਕ ਅੰਕ ਦੇ ਵਿੱਚ ਵੀ ਇਹ ਜੋ ਚਿੱਤਰ ਵਿਖਾਇਆ ਗਿਆ ਹੈ ਇਹ ਕਿਸ ਨਾਲ ਸੰਬੰਧਿਤ ਹੈ। ਤਾਂ ਤੁਸੀਂ ਬਿਲਕੁਲ ਹਿਚਕਿਚਾਉਣਾ ਨਹੀਂ, ਇਹ ਜੋ ਚਿੱਤਰ ਹੈ ਹਾਈਡਰੋ ਪਾਵਰ ਪਲਾਂਟ ਨਾਲ ਸੰਬੰਧਿਤ ਹੈ। ਹੁਣ ਇਸ ਤਰ੍ਹਾਂ ਬਿਜਲੀ ਪੈਦਾ ਕਰਨ ਦੇ ਨਾਲ ਕੁਝ ਫਾਇਦੇ ਵੀ ਹਨ ਅਤੇ ਕੁਝ ਕੁ ਨੁਕਸਾਨ ਵੀ ਹਨ। ਆਓ ਪਹਿਲਾਂ ਫਾਇਦਿਆਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਇਸ 'ਤੇ ਆਪਾਂ ਨੂੰ ਕੋਈ ਵੀ, ਪਿਆਰੇ ਵਿਦਿਆਰਥੀਓ, ਆਓ ਹੁਣ ਆਪਾਂ ਅਗਲੇ ਟੌਪਿਕ ਬਾਰੇ ਪੜ੍ਹਦੇ ਹਾਂ ਜਿਸ ਦਾ ਨਾਂ ਹੈ ਊਰਜਾ ਦੇ ਪਾਰੰਪਰਿਕ ਸੋਮਿਆਂ ਦੇ ਉਪਯੋਗ ਲਈ ਤਕਨੀਕ ਵਿੱਚ ਸੁਧਾਰ। ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ, ਦੇਖੋ ਇੱਕ ਇਹ ਤੁਹਾਨੂੰ ਡਾਇਗਰਾਮ 'ਚ ਦਿੱਤੀ ਗਈ ਹੈ ਤੁਹਾਡੀ ਬੁੱਕ ਦੇ ਵਿੱਚ। ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਵੀ ਕਿਸ ਦੀ ਡਾਇਗਰਾਮ ਹੈ ਜੀ। ਬਿਲਕੁਲ ਇਹ ਡਾਇਗਰਾਮ ਹੈ ਬਾਇਓਗੈਸ ਪਲਾਂਟ ਦੀ। ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ, ਅਸੀਂ ਮੋਸਟਲੀ
ਜੋ ਗੋਬਰ ਹੈ ਸਾਡਾ ਉਸ ਨੂੰ ਪਾਥੀਆਂ ਦੇ ਰੂਪ ਵਿੱਚ ਵਰਤਦੇ ਸੀਗੇ, ਜਿਸ ਦੇ ਨਾਲ ਜਦੋਂ ਅਸੀਂ ਉਸ ਨੂੰ ਜਲਾਉਂਦੇ ਤੇ ਤਾਂ ਕਾਫੀ ਜ਼ਿਆਦਾ ਪ੍ਰਦੂਸ਼ਣ ਹੁੰਦਾ ਤੇ ਧੂੰਆਂ ਪੈਦਾ ਹੁੰਦਾ ਸੀ। ਤਾਂ ਉਸ ਨੂੰ ਇੱਕ ਅਲਟਰਨੇਟ ਰੂਪ ਦੇ ਵਿੱਚ, ਇੱਕ ਨਵੇਂ ਰੂਪ ਦੇ ਵਿੱਚ ਕਿਸ ਤਰ੍ਹਾਂ ਅਸੀਂ ਗੋਬਰ ਨੂੰ ਵਰਤਦੇ ਹਾਂ, ਉਹ ਇਹ ਤਕਨੀਕ ਹੈ। ਆਮ ਤੌਰ 'ਤੇ ਪਿੰਡਾਂ ਦੇ ਵਿੱਚ ਇਹ ਵੇਖੀ ਜਾਂਦੀ ਹੈ, ਘਰ ਘਰ ਲਗਾਏ ਵੀ ਗਏ ਨੇ ਬਾਇਓਗੈਸ ਪਲਾਂਟ। ਸਭ ਤੋਂ ਪਹਿਲਾਂ ਅਸੀਂ ਇਸ ਦੇ ਵਰਕਿੰਗ ਬਾਰੇ ਸਮਝਾਂਗੇ ਵੀ ਕਿਸ ਤਰ੍ਹਾਂ ਇਹ ਵਰਕ ਕਰਦਾ ਹੈ। ਦੇਖੋ, ਇਹ ਇੱਕ ਇੱਟਾਂ ਦਾ ਬਣਿਆ ਗੋਬਿੰਦ ਵਰਗ ਆਕਾਰ ਦਾ ਹੁੰਦਾ ਹੈ। ਹੁਣ ਇਸ ਦੇ ਵਿੱਚ ਕੀ ਹੈ, ਇੱਧਰ ਦੇਖੋ। ਸਭ ਤੋਂ ਪਹਿਲਾਂ ਉੱਪਰ ਗੋਬਰ ਅਤੇ ਪਾਣੀ ਦੇ ਮਿਸ਼ਰਣ ਨੂੰ ਅਸੀਂ ਸਲਰੀ ਕਹਿੰਦੇ ਹਾਂ, ਉਹਨਾਂ ਨੂੰ ਮਿਕਸ ਕਰਕੇ ਇਸ ਦੇ ਵਿੱਚ ਪਾਇਆ ਜਾਂਦਾ ਹੈ। ਤਾਂ ਇਹ ਪਾਣੀ ਅਤੇ ਗੋਬਰ ਦਾ ਜੋ ਮਿਸ਼ਰਣ ਹੁੰਦਾ ਹੈ, ਜਿਸ ਨੂੰ ਅਸੀਂ ਸਲਰੀ ਕਹਿੰਦੇ ਹਾਂ, ਬਿਲਕੁਲ ਨੀਚੇ ਇੱਕ ਟੈਂਕ ਦੇ ਵਿੱਚ ਆ ਜਾਂਦਾ ਹੈ, ਜਿਸ ਨੂੰ ਅਸੀਂ ਡਾਈਜੈਸਟਰ ਟੈਂਕ ਕਹਿੰਦੇ ਹਾਂ। ਇਸ ਡਾਈਜੈਸਟਰ ਟੈਂਕ ਦੇ ਵਿੱਚ ਆਕਸੀਜਨ ਬਿਲਕੁਲ ਨਹੀਂ ਹੁੰਦੀ। ਬਿਨਾਂ ਆਕਸੀਜਨ ਤੋਂ ਇਸ ਦੇ ਵਿੱਚ ਕੀ ਹੁੰਦਾ, ਜਿਹੜੇ ਅਣਆਕਸੀ ਜੀਵ ਨੇ ਉਹ ਇਸ ਸਲਰੀ ਦਾ ਅਪਘਟਨ ਕਰਦੇ ਨੇ। ਜਦੋਂ ਇਸ ਸਲਰੀ ਦਾ ਅਪਘਟਨ ਹੁੰਦਾ ਹੈ ਤਾਂ ਬਹੁਤ ਸਾਰੀਆਂ ਗੈਸਾਂ ਪੈਦਾ ਹੁੰਦੀਆਂ ਹਨ, ਜਿਹਦੇ ਵਿੱਚ ਮੁੱਖ ਤੌਰ ਤੇ ਮੀਥੇਨ ਗੈਸ ਹੁੰਦੀ ਹੈ। ਜਦੋਂ ਅਸੀਂ ਇਸ ਦਾ ਅਪਘਟਨ ਹੁੰਦਾ ਹੈ ਤਾਂ ਜੋ ਗੈਸਾਂ ਪੈਦਾ ਹੁੰਦੀਆਂ ਹਨ ਡਾਈਜੈਸਟਰ ਟੈਂਕ ਦੇ ਵਿੱਚ, ਜਿਸ ਦੇ ਵਿੱਚ ਮੁੱਖ ਤੌਰ 'ਤੇ ਕਿਹੜੀ ਗੈਸ ਹੁੰਦੀ ਹੈ ਜੀ, ਮੀਥੇਨ। ਇਹ ਗੈਸਾਂ ਪੈਦਾ ਹੁੰਦੀਆਂ ਨੇ, ਮੀਥੇਨ, ਕਾਰਬਨ ਡਾਈਆਕਸਾਈਡ, ਹਾਈਡਰੋਜਨ ਅਤੇ ਹਾਈਡਰੋਜਨ ਸਲਫਾਈਡ ਜਿਹੀਆਂ ਗੈਸਾਂ ਪੈਂਦੀਆਂ ਹੁੰਦੀਆਂ ਹਨ। ਤਾਂ ਇਹਦੇ 'ਚ ਮੁੱਖ ਤੌਰ 'ਤੇ ਮੀਥੇਨ ਗੈਸ ਹੁੰਦੀ ਹੈ। ਲਗਭਗ 75% ਇਸ ਗੈਸ ਦੇ, ਇਸ ਡਾਈਜੈਸਟਰ ਟੈਂਕ ਦੇ ਵਿੱਚ ਮੀਥੇਨ ਦਾ ਹੁੰਦਾ ਹੈ। ਤਾਂ ਹੁੰਦਾ ਕੀ ਹੈ ਅੱਗੇ, ਜਦੋਂ ਇਹ ਪੈਦਾ ਹੋਊਗੀ ਗੈਸ, ਤਾਂ ਇਸ ਗੈਸ ਨੂੰ ਇਸ ਪੈਪ ਰਾਹੀਂ ਬਾਹਰ ਵਰਤੋਂ ਲਈ ਕੱਢ ਲਿਆ ਜਾਂਦਾ ਹੈ। ਗੈਸ ਉੱਪਰ ਇਕੱਠੀ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਜੋ ਬਾਕੀ ਮਿਸ਼ਰਣ ਬਚ ਜਾਂਦਾ ਹੈ ਉਹ ਦੂਸਰੇ ਪਾਸੇ ਦੀ ਉੱਪਰ ਆ ਜਾਂਦਾ ਹੈ, ਜੋ ਕਿ ਖਾਦ ਹੁੰਦੀ ਹੈ, ਜਿਵੇਂ ਅਸੀਂ ਗੋਬਰ ਕਹਿ ਦਿੰਦੇ ਹਾਂ। ਇਸ ਨੂੰ ਅਸੀਂ ਕੀ ਹੈ, ਖਾਦ ਦੇ ਰੂਪ ਵਿੱਚ ਵਰਤ ਲੈਂਦੇ ਹਾਂ। ਤਾਂ ਪੇਪਰ ਦੇ ਵਿੱਚ ਇੱਕ ਤਾਂ ਤੁਹਾਨੂੰ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਵੀ ਦਿੱਤਾ ਗਿਆ ਚਿੱਤਰ ਕਿਸ ਦਾ ਹੈ, ਤਾਂ ਤੁਸੀਂ ਦੱਸਣਾ ਵੀ ਇਹ ਬਾਇਓਗੈਸ ਪਲਾਂਟ ਹੈ। ਮੁੱਖ ਗੈਸ ਇਹਦੇ ਵਿੱਚ ਕਿਹੜੀ ਹੈ, ਮੀਥੇਨ। ਕਿੰਨੇ ਪ੍ਰਤੀਸ਼ਤ ਹੁੰਦੀ ਹੈ, 75%। ਅਤੇ ਜੋ ਵਾਧੂ ਪਦਾਰਥ ਬਚਦਾ ਹੈ ਉਸ ਨੂੰ ਅਸੀਂ ਕਾਹਦੇ ਲਈ ਵਰਤ ਸਕਦੇ ਹਾਂ ਜੀ, ਕੀ ਪੈਦਾ ਕਰਨ ਲਈ, ਜਿਸ ਨੂੰ ਅਸੀਂ ਆਮ ਤੌਰ 'ਤੇ ਦੱਸਦੇ ਹਾਂ ਵੀ ਖਾਦ ਦੇ ਰੂਪ ਵਿੱਚ ਅਸੀਂ ਉਸ ਨੂੰ ਆਪਣੇ ਖੇਤਾਂ ਦੇ ਵਿੱਚ ਵਰਤ ਸਕਦੇ ਹਾਂ। ਤਾਂ ਹੁਣ ਇਹਦੇ ਕੁਝ ਫਾਇਦੇ ਨੇ। ਜਿਸ ਤਰ੍ਹਾਂ ਅਸੀਂ ਪਾਥੀਆਂ ਤੋਂ ਪ੍ਰਾਪਤ ਕਰਾਂਗੇ, ਪਾਥੀਆਂ ਨੂੰ ਜਲਾਉਂਦੇ ਤਾਂ ਪ੍ਰਦੂਸ਼ਣ ਵਗੈਰਾ ਪੈਦਾ ਹੁੰਦਾ ਹੈ, ਕਾਫੀ ਜ਼ਿਆਦਾ ਧੂੰਆਂ ਪੈਦਾ ਹੁੰਦਾ, ਪਰ ਇਸ ਦੇ ਵਿੱਚ ਕੀ ਹੈ, ਬਿਲਕੁਲ ਵੀ ਕੋਈ ਧੂੰਆਂ ਪੈਦਾ ਨਹੀਂ ਹੁੰਦਾ ਹੈ। ਆਈ ਹੋਪ ਕਿ ਤੁਸੀਂ ਸਮਝ ਗਏ ਹੋਵੋਗੇ ਚੰਗੀ ਤਰ੍ਹਾਂ ਵੀ ਇਹ ਜੋ ਅਸੀਂ ਇਸ ਦੇ ਬਾਰੇ ਡਿਸਕਸ ਕੀਤਾ ਹੈ, ਇਹ ਬਾਇਓਗੈਸ ਪਲਾਂਟ ਬਾਰੇ ਕਿਸ ਤਰ੍ਹਾਂ ਵਰਕ ਕਰਦਾ ਹੈ। ਮੇਨਲੀ ਇਹਦੇ ਵਿੱਚ ਜੋ ਚੈਂਬਰ ਹੁੰਦਾ ਹੈ ਉਹਦੇ ਵਿੱਚ ਅਣਆਕਸੀ ਜੀਵ ਨੇ, ਜਦੋਂ ਅਪਘਟਨ ਕਰਦੇ ਆ ਸਲਰੀ ਦਾ, ਤਾਂ ਕਿਹੜੀਆਂ ਗੈਸਾਂ ਕੀ ਨੇ ਪੈਦਾ ਹੁੰਦੀਆਂ ਨੇ। ਆਓ ਹੁਣ ਆਪਾਂ ਅੱਜ ਅਗਲੇ ਟੌਪਿਕ 'ਤੇ ਚੱਲਦੇ ਹਾਂ। ਆਪਣਾ ਅਗਲਾ ਟੌਪਿਕ ਹੈ ਜੀ ਪੌਣ ਊਰਜਾ, ਵਿੰਡ ਐਨਰਜੀ। ਇਸ ਤਰ੍ਹਾਂ ਤੁਹਾਨੂੰ ਇਹ ਮਿਲ ਤੋਂ ਹੀ ਪਤਾ ਲੱਗ ਜਾਂਦਾ ਦੇਖ ਕੇ ਡਾਇਗਰਾਮ। ਇਹ ਜੋ ਡਾਇਗਰਾਮ ਹੈ ਪੌਣ ਚੱਕੀ ਦੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ, ਕਿਉਂਕਿ ਸਾਨੂੰ ਪਤਾ ਹੀ ਹੈ ਜੋ ਵਗਦੀ ਹਵਾ ਹੁੰਦੀ ਹੈ ਉਸ ਨੂੰ ਅਸੀਂ ਪੌਣ ਕਹਿੰਦੇ ਹਾਂ। ਉਹਦੇ ਵਿੱਚ ਗਤੀਜ ਊਰਜਾ ਹੁੰਦੀ ਹੈ, ਉਸ ਨੂੰ ਅਸੀਂ ਕਿਵੇਂ ਆਪਦੇ ਪਰਪਸ ਲਈ ਵਰਤਦੇ ਹਾਂ ਉਹ ਇਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਇਹ ਦੇਖੋ ਕੀ ਨੇ, ਬਲੇਡਸ ਹਨ। ਇਸ 'ਤੇ ਪੌਣ ਚੱਕੀ ਦੇ ਬਲੇਡਸ ਹਨ। ਜਦੋਂ ਤੇਜ਼ ਆਉਂਦੀ ਹਵਾ ਇਹਨਾਂ ਬਲੇਡਸ ਨਾਲ ਟਕਰਾਉਂਦੀ ਹੈ ਤਾਂ ਇਹ ਬਲੇਡ ਤੇਜ਼ੀ ਨਾਲ ਘੁੰਮਦੇ ਹਨ। ਤੇਜ਼ੀ ਨਾਲ ਘੁੰਮਣ ਦੇ ਨਾਲ ਇਸ ਦੇ ਪਿੱਛੇ ਅਸੀਂ ਇੱਕ ਅਲਟਰਨੇਟਰ ਜਾਂ ਮੋਟਰ ਲਗਾ ਸਕਦੇ ਹਾਂ, ਜਿਸ ਨਾਲ, ਜਾਂ ਜਨਰੇਟਰ ਲਗਾ ਸਕਦੇ ਹਾਂ, ਜਿਸ ਨਾਲ ਕੀ ਹੈ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਤਾਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਵੈਸੇ ਦੱਸ ਦੇਵਾਂ ਵੀ ਇਹ ਜੋ ਪੌਣ ਚੱਕੀ ਹੈ ਇਹ ਉਹਨਾਂ ਦੇਸ਼ਾਂ ਦੇ ਵਿੱਚ ਵਿਕਸਿਤ ਲਗਾਈ ਜਾਂਦੀ ਹੈ ਜਿੱਥੇ ਕਾਫੀ ਤੇਜ਼ ਹਵਾਵਾਂ ਚੱਲਦੀਆਂ ਨੇ। ਮੋਸਟਲੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਜੋ ਡੈਨਮਾਰਕ ਹੈ ਉਸ ਨੂੰ ਪੌਣਾਂ ਦਾ ਦੇਸ਼ ਕਿਹਾ ਜਾਂਦਾ ਹੈ, ਕਿਉਂਕਿ ਇੱਥੇ 75% ਜੋ ਬਿਜਲੀ ਹੈ ਇਸ ਦੇਸ਼ ਦੀ ਪੂਰਤੀ ਦੀ ਬਿਜਲੀ ਦੀ 25% ਬਿਜਲੀ ਹੈ ਜੋ ਇਹਨਾਂ ਪੌਣ ਚੱਕੀਆਂ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ। ਜੇ ਗੱਲ ਕਰੀਏ ਆਪਾਂ ਆਪਣੇ ਭਾਰਤ ਦੀ, ਤਾਂ ਆਪਣੇ ਵੀ ਇਹ ਪੌਣ ਚੱਕੀ ਤਾਮਿਲਨਾਡੂ ਵਿੱਚ ਕੰਨਿਆ ਕੁਮਾਰੀ ਦੇ ਨੇੜੇ ਸਭ ਤੋਂ ਵੱਡਾ ਪੌਣ ਚੱਕੀਆਂ ਦਾ ਜੋ ਫਾਰਮ ਹਾਊਸ ਸਥਾਪਿਤ ਕੀਤਾ ਗਿਆ, ਜਿੱਥੇ ਲਗਭਗ 380 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਤਾਂ ਇਹ ਵੀ ਜੋ ਊਰਜਾ ਦਾ ਇੱਕ ਸਰੋਤ ਹੈ, ਇਹ ਵੀ ਪ੍ਰਦੂਸ਼ਣ ਰਹਿਤ ਸਰੋਤ ਹੈ। ਇਸ ਤੋਂ ਵੀ ਕੀ ਹੈ, ਕੋਈ ਵੀ ਪ੍ਰਦੂਸ਼ਣ ਨਹੀਂ ਹੁੰਦਾ ਹੈਗਾ। ਆਈ ਹੋਪ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਸੋ ਅੱਜ ਦਾ ਇਹ ਸਾਡਾ ਜਿਹੜਾ ਪਾਰਟ 1 ਸੀਗਾ ਇਸ ਊਰਜਾ ਦੇ ਸੋਮੇ ਨਾਲ ਸੰਬੰਧਿਤ ਇਹ ਪੂਰਾ ਹੋ ਗਿਆ ਹੈ। ਆਪਾਂ ਨੈਕਸਟ ਪਾਰਟ 2 ਦੇ ਵਿੱਚ ਤੁਹਾਨੂੰ ਅੱਗੇ ਊਰਜਾ ਦੇ ਬਦਲਵੇਂ ਜਾਂ ਗੈਰ ਪਰੰਪਰਾਗਤ ਸੋਮਿਆਂ ਬਾਰੇ ਸਮਝਾਵਾਂਗੇ। ਧੰਨਵਾਦ।